ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਪੰਥ, ਡਾਕਟਰ ਅੰਬੇਦਕਰ ਅਤੇ ਵਿਸਾਖੀ ਬਾਰੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਜੀ, ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ। ਅਸੀਂ ਜਾਣਨਾ ਚਾਹਾਂਗੇ ਖਾਲਸਾ ਪੰਥ ਦੀ ਸਾਜਨਾ ਕਿਸ ਮੰਤਵ ਨੂੰ ਲੈ ਕੇ ਜਾਂ ਕਿਸ ਮੁੱਦੇ ਨੂੰ ਲੈ ਕੇ ਕੀਤੀ ਗਈ ਸੀ, ਅਤੇ ਉਸ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਮੌਜੂਦਾ ਮਾਹੌਲ ਚੱਲ ਰਿਹਾ, ਮੌਜੂਦਾ ਸਮਾਂ ਚੱਲ ਰਿਹਾ, ਉਹ 'ਚ ਕੀ ਕੁਝ ਬਦਲਾਅ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲੇ ਨੇ, ਕੀ ਕੁਝ ਜਿਹੜਾ ਹੈਗਾ ਫਰਕ ਦੇਖਣ ਨੂੰ ਮਿਲ ਰਿਹਾ, ਇਸ ਬਾਰੇ ਚਾਨਣਾ ਪਾਓ। ਅਸਲ ਦੇ ਵਿੱਚ ਤਾਂ ਜਿਹੜਾ ਜਦੋਂ ਮਾਹੌਲ ਇਹੋ ਜਿਹਾ ਸੀ ਸਾਰੇ ਆਲੇ ਦੁਆਲੇ, ਖਾਸ ਤੌਰ 'ਤੇ ਇਸ ਖਿੱਤੇ ਦੇ ਵਿੱਚ, ਅਤੇ ਜਦੋਂ ਲੋਕ ਬੋਲਣਾ ਬੰਦ ਕਰ ਗਏ ਸੀ, ਸੱਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ। ਔਰ ਉਦੋਂ ਗੁਰੂ ਨਾਨਕ ਸਾਹਿਬ ਦਾ ਇੱਕ ਥਾਟ, ਜਿਹੜਾ ਇੱਕ ਫਿਲਾਸਫੀ ਜਦੋਂ ਸਾਹਮਣੇ ਆਉਂਦੀ ਹੈ ਸਰਬੱਤ ਦੇ ਭਲੇ ਦੀ, ਛੋਟੇ ਛੋਟੇ ਆਪਸੀ ਟਕਰਾਵਾਂ 'ਚੋਂ, ਧਰਮਾਂ ਦੀ ਆਪਸੀ ਲੜਾਈ 'ਚੋਂ, ਜਾਂ ਰਾਜਿਆਂ ਦਾ ਜਿਹੜੇ ਤਸੱਦਦ ਸੀ ਆਮ ਲੋਕਾਂ ਦੇ ਉੱਤੇ, ਉਹਦੇ ਖਿਲਾਫ ਆਵਾਜ਼ ਉਠਾਉਣ ਤੋਂ, ਇਹ ਅਸਲ 'ਚ ਇੱਕ ਨਵੀਂ ਥਾਟ ਆਇਆ, ਜਿਹਦੇ 'ਚ ਉਹਨਾਂ ਨੇ ਉਦੋਂ ਬ੍ਰਹਿਮੰਡ ਦੀ ਇੱਕ ਚੇਤਨਾ ਦੇ ਰੂਪ ਦੇ ਵਿੱਚ ਕਿ ਬ੍ਰਹਿਮੰਡ ਕਿਵੇਂ ਚੱਲਦਾ ਹੈ, ਉਹਨੂੰ ਵੀ ਟੱਕਰ ਦੇ ਇੱਕ ਨਵੇਂ ਟਾਈਪ ਦਾ ਸਿਸਟਮ, ਇੱਕ ਰੱਬ ਦਾ ਸਿਸਟਮ। ਜਦੋਂ ਰੱਬਾਂ ਦੇ ਨਾਂ 'ਤੇ ਵੀ ਲੜਾਈਆਂ ਪੈਂਦੀਆਂ ਸੀ, ਮੇਰਾ ਰੱਬ ਚੰਗਾ ਜਾਂ ਤੇਰਾ ਰੱਬ ਚੰਗਾ, ਉਹ ਸਾਰੇ ਮਾਹੌਲ ਦੇ ਵਿੱਚ। ਅਤੇ ਉਦੋਂ ਬਾਅਦ ਇਹ ਵੀ ਇੱਕ ਉਸੇ ਦੇ ਵਿੱਚ ਗੱਲ ਸੀਗੀ, ਜਿਹੜੀ ਫਿਲਾਸਫੀ ਦਾ ਇੱਕ ਹਿੱਸਾ ਸੀਗਾ ਕਿ ਓਵਰਆਲ, ਕਿਉਂਕਿ ਸਾਰੇ ਇੱਕੋ ਥਾਂ ਤੋਂ ਜੰਮਦੇ ਨੇ, ਸਾਰੇ ਇੱਕੋ ਨੇ, ਇੱਕੋ ਹੀ ਟਾਈਪ ਦੇ ਇਨਸਾਨ ਨੇ, ਅਤੇ ਉਹਦੇ ਨਾਲ ਵਿਤਕਰੇ ਦਾ ਜਿਹੜਾ ਸਵਾਲ ਜਾਂ ਬਾਕੀ ਦਾ ਗਲਤ ਹੈ ਜੇ ਵੀ ਕੋਈ ਕਰਦਾ। ਅਤੇ ਉਸੇ ਦੇ ਵਿੱਚੋਂ ਫਿਰ ਇਹ ਗੱਲ ਆਈ ਕਿ ਕੋਈ ਇਹੋ ਜਿਹੇ ਇਨਸਾਨ ਪੈਦਾ ਹੋਣੇ ਚਾਹੀਦੇ ਨੇ ਜਿਹੜੇ ਹਰ ਜੁਰਮ ਦੇ ਖਿਲਾਫ ਲੜਨ। ਜਦੋਂ ਇਹ ਵੀ ਕਹਿੰਦੇ ਨੇ ਕਿ ਕਿਹੋ ਜਿਹਾ ਬੰਦਾ ਹੋਣਾ ਚਾਹੀਦਾ, ਤਾਂ ਉਹ ਬੰਦਾ ਜਿਹੜਾ ਇਸ ਵਿਚਾਰ ਨਾਲ ਜੁੜਨਾ ਚਾਹੁੰਦਾ, ਉਹ ਕਿਹੋ ਜਿਹਾ ਹੋਵੇ। ਤਾਂ ਉਹ ਕਹਿੰਦੇ ਨੇ, ਜਿੰਤਨ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਾਲੀ ਗਲੀ ਮੇਰੀ ਆਓ, ਜਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰਨ ਨਾ ਕੀਜੈ। ਮਤਲਬ ਉਹ ਦਲੇਰ, ਸਮਝਦਾਰ ਅਤੇ ਉਸ ਲੈਵਲ ਦੇ ਬੰਦੇ ਆਉਣ ਜਿਹੜੇ ਸਮਾਜ ਨੂੰ ਇੱਕ ਬਿਹਤਰ ਮਤਲਬ ਭਵਿੱਖ ਦੇ ਲਈ ਲੜਨ ਦੀ ਕਾਬਲੀਅਤ ਰੱਖਦੇ ਹੋਣ। ਉਦੋਂ ਤੱਕ ਉਹਨਾਂ ਨੇ ਉਦਾਸੀਆਂ ਕੀਤੀਆਂ ਬਹੁਤ ਵੱਡੇ ਪੱਧਰ 'ਤੇ, ਉਸ ਜ਼ਮਾਨੇ ਦੇ ਮੁਤਾਬਕ, ਜਿਹੜੇ ਵੀ, ਚਾਹੇ ਉਹ ਇਸਲਾਮ ਦੇ ਪੈਰੋਕਾਰ ਸੀ, ਉਹ ਹਿੰਦੂਤਵ ਦੇ ਡਿਫਰੈਂਟ ਟਾਈਪ ਦੇ ਜਿਹੜੇ ਵੀ ਰੀਜਨ 'ਚ ਜਾ ਕੇ ਆਰਗੂਮੈਂਟ ਕੀਤਾ, ਸੰਵਾਦ ਰਚਾਇਆ। ਔਰ ਇਸੇ ਲਈ ਟਕਰਾਅ, ਜਿਹੜਾ ਅੱਜ ਟਕਰਾਅ ਮਾੜੀ ਮਾੜੀ ਗੱਲ 'ਤੇ, ਕਿਸੇ 'ਚ ਸਹਿਣਸ਼ੀਲਤਾ ਹੀ ਨਹੀਂ ਹੈ, ਕਿਸੇ 'ਚ ਗੱਲ ਸੁਣਨ ਦਾ ਮਾਦਾ ਹੀ ਨਹੀਂ ਹੈ, ਉਦੋਂ ਉਹਨਾਂ ਨੇ ਇਹੀ ਕਿਹਾ ਸੀਗਾ। ਜਦੋਂ ਸਿੱਧ ਗੋਸ਼ਟ ਦੇ ਵਿੱਚ ਵੀ ਆਉਂਦਾ, ਕਹਿੰਦੇ ਨੇ ਉਹ ਥੋੜ੍ਹਾ ਗਰਮ ਹੋਣ ਲੱਗੇ, ਉਹ ਕਹਿੰਦੇ ਨੇ ਵੀ ਆਪਾਂ ਗੱਲਬਾਤ ਕਰ ਰਹੇ ਹਾਂ, ਰੋਸ ਨਾ ਕੀਜੈ ਉੱਤਰ ਦੀਜੈ। ਮਤਲਬ ਗੱਲ ਨਾਲ ਉੱਤਰ ਦੇਣਾ ਚਾਹੀਦਾ, ਜਵਾਬ ਦੇ ਉਹਦੇ ਨਾਲ ਚਾਹੀਦਾ। ਇਸੇ ਲਈ ਉਹਨਾਂ ਨੇ ਇੱਕ ਤਰੀਕਾ ਦੱਸਿਆ ਆਪਦਾ ਗਿਆਨ ਵਧਾਉਣ ਲਈ, ਅਤੇ ਸਮਾਜ 'ਚ ਵੱਖਰੇ ਵੱਖਰੇ ਵਿਚਾਰਾਂ ਦੇ ਚੱਲਣ ਦੇ ਵਾਸਤੇ, ਇੱਕ ਦੂਜੇ ਨਾਲ ਸੰਵਾਦ ਰਚਾਉਣ ਦੇ ਵਾਸਤੇ। ਇਸੇ ਲਈ ਉਹਨਾਂ ਨੇ ਇਹ ਕਿਹਾ, ਜਿਹੜਾ ਇੱਕ ਫਾਰਮੂਲਾ ਹੈ, ਮਤਲਬ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਅਤੇ ਉਹ ਚੱਲਦਾ ਗਿਆ। ਚੱਲਦੇ ਦੌਰਾਨ ਫਿਰ ਇੱਕ ਪ੍ਰੋਸੈਸ ਚੱਲਿਆ। ਪ੍ਰੋਸੈਸ ਚੱਲਦੇ ਚੱਲਦੇ ਲੋੜ ਇਸ ਲੈਵਲ ਦੀ ਹੋ ਗਈ, ਖਾਸ ਤੌਰ 'ਤੇ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ, 5ਵੇਂ ਗੁਰੂ ਦੀ, ਤਾਂ 6ਵੇਂ ਗੁਰੂ ਮੀਰੀ ਅਤੇ ਪੀਰੀ ਦੀ 2 ਤਲਵਾਰਾਂ ਪਹਿਨਦੇ ਨੇ ਕਿ ਅੱਗੇ ਜਿਹੋ ਜਿਹਾ ਮਾਹੌਲ ਹੈ, ਉਹ 'ਚ ਲੜਾਈ ਅਤੇ ਤਲਵਾਰ ਦੀ ਲੜਾਈ ਦੀ ਵੀ ਗੱਲ ਹੋਏਗੀ। ਚਲਦੇ ਚਲਦੇ ਆਉਂਦੇ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਇਸ ਮਾਮਲੇ ਦੇ ਵਿੱਚ, ਤਾਂ ਜਿਹੜੇ 10ਵੇਂ ਗੁਰੂ ਨੇ ਫਿਰ ਮਤਲਬ ਇੱਕ ਬੜੇ ਵੱਡੇ ਪੱਧਰ 'ਤੇ ਉਹਨਾਂ ਨੂੰ ਇਹ ਲੱਗਿਆ ਕਿ ਸਾਨੂੰ ਇੱਕ ਇਹੋ ਜਿਹੀ ਗਰੁੱਪ ਦੀ, ਇਹੋ ਜਿਹਾ ਇੱਕ ਸਿਸਟਮ ਦੀ, ਜਾਂ ਇਹੋ ਜਿਹੀ ਇੱਕ ਜ਼ਰੂਰਤ ਹੈ, ਇੱਕ ਇਹੋ ਜਿਹੇ ਆਦਮੀਆਂ ਦਾ ਜਿਹੜਾ ਇੱਕ ਸਿਰਜਣਾ ਕਰਨ ਦੀ, ਜਿਹੜੇ ਲਗਾਤਾਰ ਕੰਟੀਨਿਊ ਜਥੇਬੰਦਕ ਰੂਪ ਦੇ ਵਿੱਚ ਵੀ, ਅਤੇ ਬਾਕੀ ਇਸ ਵਿਚਾਰ ਨੂੰ ਅੱਗੇ ਲਿਜਾ ਸਕਣ। ਅਤੇ ਸ਼ਾਇਦ ਉਸ ਇੱਕ 10 ਗੁਰੂਆਂ ਦੇ ਇੱਕ ਚੱਲ ਰਹੀ ਫਿਲਾਸਫੀ ਦੀ ਪ੍ਰਕਿਰਿਆ ਦੇ ਵਿੱਚੋਂ, ਇੱਕ ਸਹਿਜ ਵਿਕਾਸ ਦੇ, ਜਾਂ ਜਿਹੜੀਆਂ ਸਮੱਸਿਆਵਾਂ ਆਈਆਂ ਉਹਨਾਂ ਦੇ ਵਿੱਚੋਂ ਖਾਲਸਾ ਪੰਥ ਦਾ ਇੱਕ ਗੱਲ ਸਾਹਮਣੇ ਆਈ। ਔਰ ਸਾਹਮਣੇ ਆ ਕੇ ਜਦੋਂ 1699 ਦੀ ਵਿਸਾਖੀ ਨੂੰ, ਅਤੇ ਪੂਰੇ ਦੇਸ਼ ਦੇ ਆਲੇ ਦੁਆਲੇ ਬੰਦੇ ਸੱਦੇ ਸੀ, ਜਿਹੜੇ ਉਹਨਾਂ ਨੇ ਕਿਹਾ ਜਾਂਦਾ ਕਿ ਉਹਨਾਂ ਨੇ ਕਿਹਾ ਕਿ 5 ਸਿਰ ਚਾਹੀਦੇ ਨੇ, ਅਤੇ ਸਿਰ ਜਿਹੜਾ ਲੈ ਕੇ ਆਊਗਾ, ਉਹਨਾਂ ਸਿਰ ਦੀ ਜਿੰਤਨ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ, ਉਹਦੀ ਫਿਲਾਸਫੀ 'ਚ ਉੱਥੇ ਪਿਆ। ਪਰ ਮੰਗ ਜਦੋਂ ਗੁਰੂ ਨੇ ਕੀਤੀ, ਉਦੋਂ ਆ ਕੇ ਕੀਤੀ ਕਿ ਜਿਹੜੇ ਵੀ ਹੈ, ਔਰ ਉਹਦੇ 'ਚੋਂ ਕੋਈ ਕਿਤੋਂ ਆਉਂਦਾ, ਕੋਈ ਕਿਤੋਂ ਆਉਂਦਾ, ਵੱਖ ਵੱਖ ਥਾਵਾਂ ਤੋਂ, ਵੱਖ ਵੱਖ ਜਾਤਾਂ ਤੋਂ, ਵੱਖ ਵੱਖ ਏਰੀਏ ਤੋਂ,
ਪੰਜ ਬੰਦੇ ਜਿਹੜੇ ਆਉਂਦੇ ਨੇ ਤੇ ਉਹਦੇ 'ਚ ਇੱਕ ਬੜਾ ਵੱਡਾ ਕਨਸੈਪਟ ਫਿਰ ਉਹਨਾਂ ਨੇ ਦਿੱਤਾ। ਕੱਲਾ ਇਹ ਨਹੀਂ ਕਿ ਉਹਨੇ ਉਹ ਚੇਲੇ ਬਣਾ ਲਏ ਪੰਜ, ਤੇ ਜਿਹਨੂੰ ਪੰਜ, ਇੱਕ ਤਾਂ ਨਵਾਂ ਸੰਸਥਾਗਤ ਸਿਸਟਮ ਹੋ ਗਿਆ ਕਿ ਵਿਅਕਤੀ ਇਕੱਲੇ ਦੀ ਬਜਾਏ ਜੀ ਪੰਜ ਪ੍ਰਧਾਨੀ ਸਿਸਟਮ ਚੱਲੇਗਾ। ਇਹ ਪੰਜ ਜਿਹੜੇ ਵੀ ਪੰਜ ਬੰਦੇ ਚੁਣੇ ਹੋਣਗੇ ਜਾਂ ਨਾਮਜ਼ਦ ਹੋਣਗੇ, ਸਿਲੈਕਟਡ ਹੋਣਗੇ, ਅੱਗੇ ਤੋਂ ਉਹ ਜ਼ਿਆਦਾ ਉਹਨਾਂ ਦੀ ਗੱਲ ਸੁਣੀ ਜਾਏਗੀ, ਮਤਲਬ ਇੱਕ ਰਾਏ ਮਸ਼ਵਰੇ ਦੇ ਨਾਲ। ਕੱਲਾ ਜਿਹੜਾ ਇਕੱਲੇ ਬੰਦੇ ਦੀ ਤਾਨਾਸ਼ਾਹੀ ਦਾ ਸੈਟਅਪ ਸੀ ਹੋ ਗਿਆ। ਦੂਜੀ ਗੱਲ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਆਪ ਵੀ ਛਕਿਆ, ਆਪੇ ਗੁਰ ਚੇਲੇ ਦਾ, ਕਿ ਉਹਨਾਂ ਦੀ ਤਾਕਤ ਤੇ ਮੈਂ ਇੱਕੋ ਹੀ ਹਾਂ, ਕੋਈ ਇਹ ਨਹੀਂ ਕਿ ਮੈਂ ਸੁਪਰੀਮ ਆ ਤੇ ਉਹ ਉਸ ਲੈਵਲ ਤੇ ਨੇ। ਉਹਦੀ ਉਹ ਅੱਗੇ ਵੱਧ ਕੇ ਫਿਰ ਇਸ ਧਾਰਨਾ ਦੇ ਵਿੱਚ ਸਾਹਮਣੇ ਆਈ ਹੈ ਕਿ ਸੰਗਤ ਜਿਹੜੀ ਹੈ ਉਹ ਉਦੋਂ ਵੀ ਉੱਪਰ ਹੈ ਜੀ। ਸੰਗਤ 21 ਵਿਸਵੇ ਗੁਰੂ 20 ਵਿਸਵੇ, ਮਤਲਬ ਜਿੱਥੇ ਲੋਕਾਂ ਦੀ ਤਾਕਤ ਜਾਂ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਤਾਕਤ ਕਿਸੇ ਇੱਕ ਵਿਅਕਤੀ ਤੋਂ ਵੱਡੇ ਦਾ ਜਿਹੜਾ ਸਵਾਲ ਹੈ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਉਸੇ ਕਰਕੇ ਗੁਰੂ ਨੇ ਜਾਂਦੇ ਜਾਂਦੇ ਫਿਰ ਜਦੋਂ ਉਦੋਂ ਅੱਗੇ ਚੱਲਦਾ ਸਾਰਾ ਸਮਾਨ, ਤਾਂ ਉਹ ਵਿਅਕਤੀ ਦੇ ਗੁਰੂ ਹੋਣ ਦੇ ਕੰਮ ਨੂੰ ਖਤਮ ਕਰ ਜਾਂਦੇ ਨੇ। ਸ਼ਬਦ ਗੁਰੂ ਨੂੰ ਉਹੀ ਗੁਰੂ ਕਹਿ ਕੇ ਜਾਂਦੇ ਨੇ ਕਿ ਸ਼ਬਦ ਗੁਰੂ ਹੈ। ਮਤਲਬ ਸ਼ਬਦ ਦਾ ਮਤਲਬ ਗਿਆਨ ਹੈ। ਗਿਆਨ ਦੇ ਨਾਲ ਜੁੜਿਆ ਹੋਏ ਜਿਹੜੇ ਮਨੁੱਖ ਨੇ, ਜਿਹੜੇ ਪੰਜ ਪ੍ਰਧਾਨੀ ਦੇ ਰੂਪ ਦੇ ਵਿੱਚ ਆਉਣਗੇ, ਉਹੀ ਜਿਹੀ ਲੀਡਰਸ਼ਿਪ ਅਤੇ ਉਹੋ ਜਿਹਾ ਸੈਟਅਪ ਜਿਹੜਾ ਬਣਨਾ ਚਾਹੀਦਾ, ਜਿਹੜੇ ਨਾ ਆਪਣਾ ਦੇਖਣ ਨਾ ਬੇਗਾਨਾ, ਜਿਹੜੇ ਅਸੂਲ ਨੂੰ ਦੇਖਣ, ਜਿਹੜੇ ਇਮਾਨਦਾਰੀ ਨੂੰ ਦੇਖਣ, ਜਿਹੜੇ ਇਸ ਗੱਲ ਨੂੰ ਦੇਖਣ ਕਿ ਕਿਹੜੀ ਗੱਲ 'ਚ ਵਾਜਬੀਅਤ ਹੈ, ਕਿਹੜਾ ਨਿਆਂ ਹੈ, ਜਸਟਿਸ ਕੀ ਹੈ, ਇਨਸਾਫ। ਇਸੇ ਕਰਕੇ ਗੁਰੂ ਨੇ ਕਿਉਂਕਿ ਆਪਣੇ ਜੀਵਨ 'ਚ ਇਹਨੂੰ ਧਾਰ ਕੇ ਦੱਸਿਆ। ਅਤੇ ਜਦੋਂ ਕਿਹਾ ਜਾਂਦਾ ਚਮਕੌਰ ਦੀ ਲੜਾਈ 'ਚ ਦੋਨੋਂ ਵੱਡੇ ਸਾਹਿਬਜ਼ਾਦੇ ਪਏ ਸੀ, ਤਾਂ ਉਹਨਾਂ ਦਾ ਕਿਸੇ ਨੇ ਨਾਲ ਜਾਂਦੇ ਕਿਹਾ ਕਿ ਇਹਨਾਂ ਦਾ ਮੂੰਹ ਢੱਕ ਜਾਓ, ਤਾਂ ਉਹ ਕਹਿੰਦੇ ਨੇ ਵੀ ਇਹ ਨਹੀਂ ਹੋ ਸਕਦਾ, ਕਿਉਂਕਿ ਬਾਕੀ ਵੀ ਉਹੋ ਜਿਹੇ ਨੇ। ਅਤੇ ਲੋਕ ਇਹ ਕਹਿਣਗੇ ਫਿਰ, ਮਤਲਬ ਇਹ ਚੱਲਦੇ ਦੌਰਾਨ ਵੀ ਗੁਰੂ ਨੇ ਆਪਣੇ ਬੇਟਿਆਂ ਅਤੇ ਸਿੱਖਾਂ 'ਚ ਫਰਕ ਸਮਝੇ ਜੀ। ਇਹਦਾ ਮਤਲਬ ਆਪਣਾ ਤੇ ਇੱਕ ਭਾਈਚਾਰਕ ਜਿਹੜਾ ਕਿਵੇਂ ਤੁਸੀਂ ਇੱਕ ਪੂਰੀ ਕਮਿਊਨਿਟੀ ਦੇ ਆਗੂ ਬਣਦੇ ਹੋ ਅਤੇ ਪੂਰੀ ਕਮਿਊਨਿਟੀ ਨੂੰ ਇੱਕੋ ਜਿਹਾ ਸਮਝਦੇ ਹੋ ਆਪਣੇ ਉਸ ਸਾਰੇ ਮਾਮਲੇ ਦੇ ਵਿੱਚ, ਉਹ ਇੱਕ ਮਾਹੌਲ ਉਸ ਲੈਵਲ ਦਾ ਸਿਰਜਿਆ। ਉਹਨੇ ਇਹੋ ਜਿਹੇ ਕ੍ਰਿਸ਼ਮੇ ਕੀਤੇ ਲਗਾਤਾਰ ਚੱਲਦੇ ਚੱਲਦੇ। ਉਦੋਂ ਬਾਅਦ ਜੀ ਬੜੇ ਥੋੜ੍ਹੇ ਸਮੇਂ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜਦੋਂ ਗਏ ਤਾਂ ਉੱਥੋਂ ਬੰਦਾ ਸਿੰਘ ਬਹਾਦਰ ਆਉਂਦਾ, ਅਤੇ ਬੰਦਾ ਸਿੰਘ ਬਹਾਦਰ ਬਹੁਤ ਮਤਲਬ 1708 ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਜੀ। ਅਤੇ ਆ ਕੇ 16 'ਚ 7-8 ਸਾਲਾਂ ਦੇ ਵਿੱਚ ਇੱਥੇ ਸਾਰਾ ਕੁਝ ਹੀ ਮਤਲਬ ਆ ਜਿਹੜੀਆਂ ਰਿਆਸਤਾਂ ਨੇ ਜ਼ੁਲਮ ਕੀਤੇ, ਜੇ ਬੋਹ ਕੀਤਾ, ਉਹ ਸਾਰਾ ਕੁਝ ਹੀ ਖਤਮ ਹੋ ਜਾਂਦਾ ਨੇਸ ਤੋਂ ਨਬੂਦ। ਉਹ ਐਡੀ ਵੱਡੀ ਇੱਕ ਖਾਲਸਾ ਫੌਜ ਖੜੀ ਹੁੰਦੀ ਹੈ। ਔਰ ਕਿਹਾ ਜਾਂਦਾ ਫਿਰ ਉਹਨੂੰ ਜਦੋਂ ਉਹ ਦੁਨਿਆਵੀ ਉਹਦੇ 'ਚ ਉਤਾਰਦਾ ਬੰਦਾ ਸਿੰਘ ਬਹਾਦਰ, ਲੈਂਡ ਟੂ ਦੀ ਟਿਲਰ, ਜ਼ਮੀਨ ਹਲ ਵਾਹਕ ਦੀ, ਅਤੇ ਜਿਹੜੇ ਉਹੀ ਬੈਠੇ ਸੀ ਵੱਡੇ ਜਗੀਰਦਾਰ, ਵੱਡੇ ਲੋਕਾਂ ਦੇ ਉਹਦੇ 'ਤੇ ਪਾਲਣ ਵਾਲੇ, ਉਹ ਸਾਰੇ ਭੱਜੇ। ਉਹਨੇ ਹੁੰਡੀਆਂ ਦਿੱਤੀਆਂ ਵੀ ਜਾਓ ਤੂੰ ਆਹ ਜ਼ਮੀਨ ਮਾਉਣਾ, ਤੇਰੀ ਜ਼ਮੀਨ ਦੀ ਮਾਲਕੀ। ਜਿਹੜੇ ਜ਼ਮੀਨੀ ਸੁਧਾਰਾਂ ਦਾ ਸਵਾਲ ਹੈ, ਜਾਂ ਸਧਾਰਨ ਬੰਦੇ, ਗਰੀਬ ਬੰਦੇ ਉਸ ਲੈਵਲ ਦੀ ਪਾਤਸ਼ਾਹੀ ਦੇ ਰੂਪ ਦੇ ਵਿੱਚ ਦੇਖ ਸਕਦੇ ਨੇ ਆਪਣੇ ਆਪ ਨੂੰ ਬਰਾਬਰੀ ਦੇ ਵਿੱਚ, ਚਾਹੇ ਬਹੁਤ ਥੋੜ੍ਹਾ ਸਮਾਂ ਉਹ ਟੈਨਿਓਰ ਰਿਹਾ, ਸੰਕੇਤਕ ਉਸ ਲੈਵਲ 'ਤੇ ਰਿਹਾ, ਪਰ ਇਹ ਇੱਕ ਵੱਖਰੇ ਕਿਸਮ ਦੇ ਸ਼ਾਸਨ ਦੀ, ਵੱਖਰੇ ਕਿਸਮ ਦੇ ਰਾਜ ਦਾ ਇੱਕ ਦੌਰ ਚੱਲਿਆ ਜੀ। ਅਤੇ ਸ਼ਾਇਦ ਉਸੇ ਤੋਂ ਪ੍ਰਭਾਵਿਤ ਸੀ ਕਿ ਬੜਾ ਲੰਮਾ ਸਮਾਂ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਇਆ। ਹਾਲਾਂਕਿ ਉਹਨੂੰ ਪੂਰੀ ਤਰ੍ਹਾਂ ਹੈ ਸਿੱਖ ਰਾਜ ਦੇ ਵਜੋਂ ਨਹੀਂ ਚਿਤਵਿਆ ਜਾ ਸਕਦਾ, ਜਿਹੜੇ ਬੰਦਾ ਬਹਾਦਰ ਦੇ ਅਸੂਲਣ ਉਸ ਲੈਵਲ 'ਤੇ, ਪਰ ਉਹਦੇ 'ਚ ਵੀ ਕਿੰਨੀਆਂ ਹੀ ਕੁਆਲਿਟੀਜ਼ ਉਸ ਸਮੇਂ ਦੇ ਜਗੀਰੂ ਰਾਜਿਆਂ ਨਾਲੋਂ ਬੈਟਰ ਲੋਕ ਦੇਖਦੇ ਨੇ ਕਿ ਕਿਸੇ ਦੀ ਧਾਰਮਿਕ ਤੌਰ 'ਤੇ ਕਿਸੇ ਨੂੰ ਕੋਈ ਦੂਜੇ ਧਰਮ ਦੇ ਬੰਦੇ ਨੂੰ ਕੋਈ ਇਸ ਕਰਕੇ ਸਮੱਸਿਆ ਆਈ ਹੋਵੇ ਕਿ ਮੈਂ ਦੂਜੇ ਧਰਮ ਦਾ, ਜਾਂ ਕਿਸੇ ਨੂੰ ਫਾਂਸੀ ਦੀ ਸਜ਼ਾ ਯੂਰਪ ਨੇ ਹੁਣ ਮਾਫ ਕੀਤੀ ਹੈ, ਕੋਈ 40 ਸਾਲ 'ਚ ਫਾਂਸੀ ਦੀ ਸਜ਼ਾ ਨਹੀਂ ਮਤਲਬ ਕਿਸੇ ਨੂੰ ਦਿੱਤੀ, ਕੋਈ ਲੋੜ ਨਹੀਂ ਪਈ ਉਸ ਲੈਵਲ ਦੇ ਉੱਤੇ। ਔਰ ਉਦੋਂ ਉਹ ਪੰਜਾਬ ਇਸ ਲੈਵਲ ਦਾ ਪੰਜਾਬ ਸੀ ਪੁਰਾਣਾ, ਜਦੋਂ ਫਰੈਂਚ ਲੋਕ, ਫਰਾਂਸ ਵਾਲੇ ਯੂਰਪ 'ਚੋਂ ਆ ਕੇ ਇੱਥੇ ਨੌਕਰੀਆਂ ਕਰਦੇ ਸੀ ਜੀ। ਇਹ ਇੱਕ ਮਾਹੌਲ ਉਦੋਂ ਬਾਅਦ ਲਗਾਤਾਰ ਚੱਲਿਆ। ਫਿਰ ਥੋੜ੍ਹਾ ਬਹੁਤ ਫਿਰ ਵਿੱਚ ਗਿਰਾਵਟ ਆਈ, ਫਿਰ ਸਿੰਘ ਸਭਾ ਲਹਿਰ, ਫਿਰ ਕੁਰਬਾਨੀਆਂ ਦਾ ਉਹ ਦੌਰ, ਜਿਹੜੇ ਆਜ਼ਾਦੀ ਦੇ ਵੇਲੇ ਕਿ ਨਹੀਂ, ਜਦੋਂ ਕਿ ਚਾਬੀਆਂ ਦਾ ਮੋਰਚਾ ਜਿੱਤਿਆ, ਜਦੋਂ ਮਹਾਤਮਾ ਗਾਂਧੀ ਵੀ ਕਹਿੰਦਾ ਅੱਧੀ ਆਜ਼ਾਦੀ ਦੀ ਲੜਾਈ ਜਿੱਤ ਲਈ। ਮਤਲਬ ਇਹ ਕਿਰਦਾਰ ਅਤੇ ਸਰਬੱਤ ਦੇ ਭਲੇ ਲਈ ਆਪਾ ਬਾਰਨ ਦੀ ਜਿਹੜਾ ਇੱਕ ਜਜ਼ਬਾ ਸੀ ਜੀ, ਉਹ ਇੱਕ ਦੌਰ ਸੀ ਖਾਲਸਾ ਪੰਥ ਤੋਂ ਸ਼ੁਰੂ ਹੋਇਆ, ਜਿਹੜਾ ਚੱਲਿਆ ਲਗਾਤਾਰ। ਪਰ ਇੱਕ ਖਾਸ ਸਮੇਂ ਬਾਅਦ ਅੱਜ ਕੱਲ੍ਹ ਦਾ ਜਿਹੜਾ ਦੌਰ ਪਿਛਲੇ ਸਮੇਂ ਦੇ ਵਿੱਚ ਉਹ ਲਗਾਤਾਰ ਚੱਲਿਆ, ਉਹ ਮੇਰੇ ਖਿਆਲ ਹੈ ਉਸ ਫਿਲਾਸਫੀ ਤੋਂ, ਉਸ ਵਿਚਾਰ ਤੋਂ, ਉਸ ਕਿਰਦਾਰ ਤੋਂ ਅਤੇ ਉਸ ਜਜ਼ਬੇ ਤੋਂ ਹੀਣਾ ਇੱਕ ਮਾਹੌਲ ਹੈ ਕਾਫੀ ਵੱਡੇ ਪੱਧਰ ਦੇ ਉੱਤੇ। ਹੁਣ ਤੁਸੀਂ ਜੇ ਮੈਂ ਇਮੀਡੀਏਟ ਦੀ ਉਦਾਹਰਨ ਦੇਣੀ ਹੋਵੇ, ਸਾਡੇ ਸਾਹਮਣੇ ਹੈ, ਦੇਸ਼ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਜੀ, ਕਿੰਨਾ ਹੀ ਕੁਛ ਚੱਲ ਰਿਹਾ। ਆ ਮੱਧ ਪ੍ਰਦੇਸ਼ ਦੇ ਵਿੱਚ ਹੈ ਜੀ, ਕਹਿੰਦੇ ਨੇ ਜੀ ਰਾਮ ਨੌਮੀ 'ਤੇ 10 ਅਪ੍ਰੈਲ ਨੂੰ ਇੱਕ ਘਟਨਾ ਵਾਪਰ ਗਈ, ਦੋ ਧਿਰਾਂ 'ਚ ਕਹਿੰਦੇ ਲੜਾਈ ਹੋ ਗਈ, ਝਗੜਾ ਹੋ ਗਿਆ। ਇੱਕੋ ਹੀ ਧਿਰ ਦੇ ਖਿਲਾਫ ਪਰਚੇ ਦਰਜ ਹੋਣਗੇ, ਅਤੇ ਇੱਕੋ ਹੀ ਧਿਰ ਦੇ ਇਕੱਲੇ ਪਰਚੇ ਦਰਜ ਨਹੀਂ ਹੋਣਗੇ, ਉਹਦੇ ਦੁਕਾਨਾਂ ਵੀ ਢਾਹ ਦੋਗੇ ਤੁਸੀਂ ਪ੍ਰਸ਼ਾਸਨ ਨਾਲ ਮਿਲ ਕੇ, ਅਤੇ ਉਹਦੇ ਘਰ ਵੀ ਢਾਹ ਦੋਗੇ। ਝਗੜਾ ਜੇ ਦੋ ਧਿਰਾਂ 'ਚ ਹੋਇਆ ਤਾਂ ਦੂਜੀ 'ਤੇ ਵੀ ਤਾਂ ਕੋਈ ਮੁਕੱਦਮਾ, ਕੋਈ ਗੱਲ, ਉਹਨੇ ਵੀ ਕੁਝ ਕਿਹਾ ਹੋਊ, ਕੁਝ ਨਹੀਂ ਕਿਹਾ ਹੋਊ। ਬਿਲਕੁਲ।
ਮਤਲਬ ਕਿੰਨੀਆਂ ਹੀ ਚੀਜ਼ਾਂ ਐਸੀਆਂ ਵਾਪਰਨ ਲੱਗੀਆਂ ਨੇ ਜਿਹੜੀਆਂ ਚਾਹੇ ਉਹ ਦਿੱਲੀ ਦੇ ਵਿੱਚ ਸੀ ਇਹ ਤੋਂ ਪਹਿਲਾਂ ਜੀ ਸ਼ਹੀਨ ਬਾਗ ਦੇ ਅੰਦੋਲਨ ਤੋਂ ਬਾਅਦ ਉੱਥੇ ਵੀ ਇੱਕ ਧਿਰ ਨਾਲ ਹੀ ਇਹ ਸਾਰਾ ਕੁਝ ਵਾਪਰਿਆ। ਵੱਖ-ਵੱਖ ਟਾਈਪ ਦਾ ਜਦੋਂ ਇੱਕ ਧਿਰ ਨਾਲ ਵਾਪਰਦਾ ਹੈ, ਤਾਂ ਇੱਥੋਂ ਆਵਾਜ਼ ਤੱਕ ਨਾ ਜਾਵੇ। ਜਥੇਦਾਰ ਅਕਾਲ ਤਖਤ ਵੀ ਖਾਮੋਸ਼ ਰਹੇ ਇਹਨਾਂ ਐਡੀਆਂ ਘਟਨਾਵਾਂ 'ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਮੋਸ਼ ਰਹੇ, ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿ ਰਿਹਾ ਕਿ ਅਸੀਂ ਤਾਂ ਪੰਥਕ ਜਜ਼ਬੇ ਅਤੇ ਗੁਰੂ ਦੀ ਧਾਰਨਾ ਨਾਲ ਲਵਰੇਜ ਹਾਂ, ਉਹਦੇ 'ਤੇ ਰਹੇ, ਉਹ ਚੁੱਪ ਰਹੇ ਸਾਰੇ। ਤੇ ਪਿਛਲੇ 30 ਸਾਲਾਂ ਤੋਂ ਤਾਂ ਇੱਕ ਉਹਨਾਂ ਨੇ ਸਮਝੌਤਾ ਕੀਤਾ ਹੀ ਹੋਇਆ ਸੀ ਬੀਜੇਪੀ ਨਾਲ, ਅਨਕੰਡੀਸ਼ਨਲ ਸਪੋਰਟ ਕਹਿ ਕੇ। ਪਰ ਜਦ ਤੁਸੀਂ ਪਿੱਛੇ ਵੀ ਚਲੇ ਗਏ ਹੋ ਉਦੋਂ ਵੀ ਨਾ ਬੋਲੋ, ਇਹ ਵੀ ਸਾਰਾ ਗੱਲ ਨਹੀਂ। ਕਿੱਥੇ ਅਕਾਲੀ ਦਲ ਦਾ ਉਹ ਕਿਰਦਾਰ ਸੀ, ਉਹ ਕਿਰਦਾਰ ਜਿਹੜਾ ਜਦੋਂ 1975 ਦੇ ਵਿੱਚ ਐਮਰਜੈਂਸੀ ਲੱਗਦੀ ਹੈ ਅਤੇ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਾਫੀ ਕਿਹਾ ਅਕਾਲੀ ਲੀਡਰਸ਼ਿਪ ਨੂੰ ਕਿ ਤੁਹਾਡੇ ਨਾਲ ਤਾਂ ਮੇਰਾ ਕੋਈ ਵਿਰੋਧ ਨਹੀਂ, ਨਾ ਕੋਈ ਪੰਗਾ, ਤੁਸੀਂ ਆਪਣਾ ਰਾਜ ਸਟੇਟ 'ਚ ਕਰਦੇ ਰਹੋ, ਅੱਗੇ ਨੂੰ ਵੀ ਕਰਦੇ ਰਹੋ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਜਿਹੜੀਆਂ ਤੁਹਾਡੀਆਂ ਮੰਗਾਂ ਨੇ ਦੱਸੋ, ਮੰਨਦੇ ਹਾਂ। ਪਰ ਉਦੋਂ ਦੇ ਅਕਾਲੀ ਲੀਡਰਸ਼ਿਪ ਨੇ ਸਟੈਂਡ ਇਹ ਲਿਆ ਕਿ ਨਹੀਂ, ਅਸੀਂ ਇਕੱਲਾ ਰਾਜ ਦਾ ਸਵਾਲ ਥੋੜ੍ਹੀ ਹੈ, ਸਾਡਾ ਸਵਾਲ ਹੈ ਅਸੂਲ ਦਾ, ਸਾਡਾ ਸਵਾਲ ਹੈ ਸਾਡੇ ਗੁਰੂ ਵੱਲੋਂ ਦਿੱਤੀ ਗਈ ਧਾਰਨਾ ਦਾ। ਗੁਰੂ ਇਹ ਕਹਿੰਦਾ ਕਿ ਜਿੱਥੇ ਕਿਤੇ ਜ਼ੁਲਮ ਹੋ ਰਿਹਾ ਉਹਦੇ ਮੁਤਾਬਕ ਖਿਲਾਫ ਟੱਕਰ ਲੈਣੀ ਹੈ ਅਤੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ। ਜੇ ਜ਼ੁਲਮ ਸਾਡੇ ਤੋਂ ਬਾਹਰ ਵੀ ਹੋ ਰਿਹਾ ਅਸੀਂ ਉਹਦੇ ਲਈ ਲੜਾਂਗੇ। ਅਤੇ ਇਸ ਗੱਲ ਲਈ 19 ਮਹੀਨੇ ਜੇਕਰ ਕੋਈ ਜਥੇ ਜਾਂਦੇ ਰਹੇ, ਮੋਰਚਾ ਚੱਲਦਾ ਰਿਹਾ, ਬਾਕੀ ਦਾ ਲੀਡਰ ਫੜ ਲਏ ਸੀ, ਤਾਂ ਕੇਵਲ ਪੰਜਾਬ ਅਤੇ ਦਰਬਾਰ ਸਾਹਿਬ 'ਚੋਂ ਜਾਂਦਾ ਰਿਹਾ। ਉਹ ਕਿਰਦਾਰ ਵਾਲਾ ਅਕਾਲੀ ਦਲ ਅਤੇ ਉਹ ਕਿਰਦਾਰ ਵਾਲਾ ਇੱਕ ਸੈਟਅਪ, ਕਿੰਨਾ ਗੈਪ ਜਿਹੜਾ ਦਿਖਾਈ ਦੇ ਰਿਹਾ ਹੈ। ਅਤੇ ਕਿਤੇ ਬੋਲਣਾ ਵੀ ਮਤਲਬ ਬਿਲਕੁਲ ਹੀ ਬੰਦ ਕਰ ਜੋ, ਖਾਮੋਸ਼ੀ ਜ਼ਾਹਰ ਹੋ ਜੇ, ਤਾਂ ਫਿਰ ਉਹ ਕਿਤੇ ਨਾ ਕਿਤੇ ਖਾਲਸਾ ਪੰਥ ਦੀ ਜਿਹੜੀ ਵਿਚਾਰਧਾਰਾ ਹੈ ਅਤੇ ਉਹਦਾ ਕਿਰਦਾਰ ਹੈ, ਉਹਦਾ ਜਜ਼ਬਾ ਹੈ, ਉਹਦੇ ਤੋਂ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੈਟਅਪ ਹੈ। ਜਿਵੇਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੁਝ ਸਿੱਖ, ਉਦੋਂ 40 ਦੀ ਗਿਣਤੀ ਕਿਹਾ ਜਾਂਦਾ ਜੀ, ਉਹ ਬੇਦਾਵਾ ਦੇ ਗਏ ਸੀ ਕਿਉਂਕਿ ਬਹੁਤ ਦੇਰ ਭੁੱਖੇ ਭਾਣੇ ਲੜਨਾ ਪਿਆ, 4 ਸਪੇਰੋਂ ਘੇਰੇ ਹੋਏ ਸੀ, ਕਹਿੰਦੇ ਸੀ ਤੇ ਨਹੀਂ ਲੜਾਈ ਹੋ ਸਕਦੀ। ਤਾਂ ਜਦੋਂ ਉਹ ਗਏ ਆਪਣੇ ਘਰਾਂ ਦੇ ਵਿੱਚ, ਤਾਂ ਘਰਾਂ 'ਚੋਂ ਔਰਤਾਂ ਨੇ ਵੀ, ਬਾਕੀ ਲੋਕਾਂ ਨੇ ਵੀ ਕਿਹਾ ਵੀ ਤੁਸੀਂ ਤਾਂ ਦਗਾ ਕਰਕੇ ਆ ਗਏ ਹੋ, ਤੁਹਾਡੇ ਲਈ ਕੋਈ ਜਗ੍ਹਾ ਨਹੀਂ, ਅਸੀਂ ਜਾਂਦੇ ਹਾਂ। ਪਰ ਉਹੀ ਬੰਦੇ ਦੁਬਾਰਾ ਆ ਕੇ ਖਿਦਰਾਣੇ ਦੀ ਢਾਬ 'ਤੇ ਲੜਦੇ ਨੇ, ਅਤੇ ਖਿਦਰਾਣੇ ਦੀ ਢਾਬ 'ਤੇ ਜਦੋਂ ਲੜਦੇ ਨੇ ਅਤੇ ਸ਼ਹੀਦ ਹੁੰਦੇ ਨੇ, ਗੁਰੂ ਜਾਂਦਾ ਪਿੱਛੋਂ, ਅਤੇ ਜਦੋਂ ਦੇਖਦਾ ਸਾਰਿਆਂ ਨੂੰ ਕਿ ਉਹੀ ਪਏ ਨੇ, ਤਾਂ ਉਹਨਾਂ ਦਾ ਲੀਡਰ ਭਾਈ ਮਹਾਂ ਸਿੰਘ, ਜਦੋਂ ਉਹਨੂੰ ਗੁਰੂ ਸਾਹਿਬ ਪੁੱਛਦੇ ਨੇ ਵੀ ਦੱਸੋ ਕੀ ਚਾਹੀਦਾ, ਉਹ ਕਹਿੰਦਾ ਵੀ ਬੇਦਾਵਾ ਪਾੜ ਦਿਓ। ਤਾਂ ਉਹ ਟੁੱਟੀ ਗੰਢੀ ਦਾ ਨਾਂ 'ਤੇ ਉਹਨੂੰ ਹੈ ਕਿ ਜਿਹੜਾ ਬੇਦਾਵਾ ਦੇ ਕੇ ਆਏ ਸੀ, ਜਿਹੜੀ ਗਲਤੀ ਕਰਕੇ ਆਏ ਸੀ, ਉਹ ਦੁਬਾਰਾ ਜੁੜ ਗਈ ਹੈ ਜੀ। ਅਤੇ ਉਹ ਸਾਰੇ 40 ਮੁਕਤਿਆਂ ਦੇ ਨਾਲ ਇਤਿਹਾਸ ਦੇ ਵਿੱਚ ਜਾਣੇ ਜਾਂਦੇ ਨੇ। ਮੈਨੂੰ ਲੱਗਦਾ ਹੁਣ ਤੱਕ ਦੇ ਜਿਹੜੀ ਦਾਅਵੇਦਾਰੀ ਹੈ ਜਿਨ੍ਹਾਂ ਦੀ ਕਿ ਅਸੀਂ ਸਿੱਖੀ ਦੀ ਦਾਅਵੇਦਾਰੀ ਲੈਂਦੇ ਹਾਂ, ਚਾਹੇ ਉਹ ਸੰਸਥਾਵਾਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਬਾਕੀ ਦੇ ਰੂਪ ਦੇ ਵਿੱਚ ਹੈ, ਉਹ ਦਾਅਵੇਦਾਰੀ ਇੱਕ ਬੇਦਾਅਵੇ ਵਰਗੀ ਦਾਅਵੇਦਾਰੀ ਹੈ। ਮਤਲਬ ਜੇ ਤੁਸੀਂ ਉਸ ਅਸੂਲ 'ਤੇ ਨਹੀਂ ਚੱਲਣਾ, ਉਹਦੇ ਮੁਤਾਬਕ ਸਟੈਂਡ ਨਹੀਂ ਕਰਨਾ, ਅਤੇ ਜਿੰਨਾ ਚਿਰ ਇਹ ਬੇਦਾਵਾ ਪੜਵਾਇਆ ਨਹੀਂ ਜਾਂਦਾ, ਉਨਾ ਚਿਰ ਉਹਨਾਂ ਦਾ ਉਹ ਜਾਹੋ ਜਲਾਲ ਜਾਂ ਉਸ ਰੂਪ ਦੇ ਵਿੱਚ ਕੋਈ ਦੇਣ ਜਿਹੜੀ ਹੈ ਸਾਰੇ ਸਾਹਮਣੇ ਨਹੀਂ ਆਊਗੀ। ਹਾਲਾਂਕਿ ਕੁਝ ਗੱਲਾਂ 'ਚ ਅਜੇ ਵੀ ਸਿੱਖਾਂ ਦਾ, ਚਾਹੇ ਉਹ ਕਰੋਨਾ ਦਾ ਦੌਰ ਹੋਵੇ, ਚਾਹੇ ਉਹ ਵੱਖ-ਵੱਖ ਸੰਕਟ ਹੋਣ, ਈਵਨ ਯੂਕਰੇਨ ਦਾ ਵੀ, ਬਾਕੀ ਵੀ ਉੱਥੇ ਲੰਗਰ ਲੈ ਕੇ ਜਾਣਾ, ਸੇਵਾ ਕਰਨਾ, ਸਿਲੰਡਰ ਦੇਣਾ, ਇਹਨਾਂ ਗੱਲਾਂ 'ਚ ਅਜੇ ਵੀ ਇੱਕ ਕਮਿਊਨਿਟੀ ਦਾ ਇੱਕ ਬੜਾ ਵੱਡਾ ਯੋਗਦਾਨ ਦਿਖਾਈ ਦਿੰਦਾ ਹੈ। ਪਰ ਜਿਹੜੇ ਬਾਕੀ ਦੇ ਇਸ਼ੂ ਨੇ ਸੰਸਥਾਵਾਂ ਦੇ ਰੂਪ ਦੇ ਵਿੱਚ ਹੋਰ, ਜਿੱਧਰ ਨੂੰ ਰੋਲ ਨਿਭਾਉਣ ਦੀ ਜ਼ਰੂਰਤ ਹੈ ਇਹੋ ਜਿਹੇ ਸਮੇਂ ਦੇ ਵਿੱਚ ਆ ਕੇ, ਉਹਦੇ 'ਚ ਦਿਖਾਈ ਦਿੰਦਾ। ਔਰ ਖਾਲਸਾ ਪੰਥ ਦੀ ਸਾਜਨਾ ਦੇ ਦਿਵਸ ਦੇ ਉੱਤੇ ਮੈਨੂੰ ਲੱਗਦਾ ਇਹ ਆਤਮ ਮੰਥਨ ਕਰਨ ਦਾ ਸਵਾਲ ਹੈ। ਇਕੱਲਾ ਗੁਰਦੁਆਰੇ ਜਾ ਕੇ ਵੈਸੇ ਹੀ ਨਹੀਂ ਹੈ ਕਿ ਆਪਾਂ ਮੱਥਾ ਟੇਕ ਕੇ ਬਾਬੇ ਨਾਲ, ਉਹ ਸਾਰੇ ਜੇਕਰ ਉਹ ਜਥੇਬੰਦੀਆਂ ਅਤੇ ਉਹ ਸਾਰੇ ਲੋਕ ਅਤੇ ਉਹਦਾ ਇੰਟਲੈਕਚੁਅਲ ਬੌਧਿਕ ਤਬਕੇ ਦੇ ਲੋਕ, ਜਥੇਦਾਰਾਂ ਤੋਂ ਲੈ ਕੇ ਸਾਰੇ, ਜੇ ਉਹ ਮੰਥਨ ਕਰਨ ਤਾਂ ਠੀਕ ਪਾਸੇ ਵੱਲ ਚੱਲਣ, ਤਾਂ ਮੇਰਾ ਖਿਆਲ ਹੈ ਖਾਲਸਾ ਪੰਥ ਦਾ ਦਿਨ ਮਨਾਏ ਦਾ ਜ਼ਿਆਦਾ ਫਾਇਦਾ ਹੋਏਗਾ ਜੀ। ਹਮੀਰ ਜੀ, ਅੱਜ ਡਾਕਟਰ ਭੀਮ ਰਾਓ ਅੰਬੇਦਕਰ ਦਾ ਵੀ ਜਨਮ ਦਿਹਾੜਾ ਹੈ, ਜਿਸ ਨੂੰ ਦੇਸ਼ ਭਰ ਦੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ, ਅਤੇ ਸਾਰੇ ਚਾਹੇ ਸਿਆਸੀ ਚਾਹੇ ਸਮਾਜਿਕ ਆਗੂ ਨੇ, ਔਰ ਡਾਕਟਰ ਅੰਬੇਦਕਰ ਦੇ ਦਿਖਾਏ ਰਾਹ 'ਤੇ ਚੱਲਣ ਦੀ ਜਿਹੜਾ ਅੱਜ ਹੋਕਾ ਦਿੰਦੇ ਦਿਖਾਈ ਦੇ ਰਹੇ ਨੇ। ਅਸੀਂ ਜਾਣਨਾ ਚਾਹਾਂਗੇ, ਲੋਕ ਅੱਜ ਡਾਕਟਰ ਅੰਬੇਦਕਰ ਦੇ ਜਨਮ ਦਿਹਾੜੇ 'ਤੇ ਉਹਨਾਂ ਦੇ ਰਾਹ 'ਤੇ ਚੱਲਣ ਦੀ ਜਿਹੜੇ ਸਹੁੰ ਤਾਂ ਚੁੱਕ ਰਹੇ ਨੇ, ਗੱਲਾਂ ਕਰ ਰਹੇ ਨੇ, ਕੀ ਉਹ ਅਸਲ ਦੇ ਵਿੱਚ ਵਾਕਈ ਜਿਹੜਾ ਹੈਗਾ ਲੋਕ ਉਹਨਾਂ ਦੇ ਦਿਖਾਏ ਰਾਹ 'ਤੇ ਚੱਲ ਰਹੇ ਨੇ? ਅਤੇ ਅਸਲ ਦੇ ਵਿੱਚ ਇਹ ਦੇਸ਼ ਦੇ ਸਾਰੇ ਢਾਂਚੇ ਨੂੰ ਹਕੀਕਤ ਰੂਪ ਦੇ ਵਿੱਚ ਸਮਝਣ ਦੇ ਵਿੱਚ ਬਾਕੀ ਦਾ ਵੀ ਬਹੁਤ ਵੱਡਾ 11 ਤਰੀਕ ਨੂੰ ਹੀ, ਉਦੋਂ ਪਹਿਲਾਂ ਦੇ ਇੱਕ ਬੜੇ ਵੱਡੇ ਵਿਦਵਾਨ ਜਿਹੜੇ ਅਤੇ ਸਮਾਜ ਸੁਧਾਰਕ ਜੋਤੀਬਾ ਫੂਲੇ ਦਾ ਸੀਗਾ ਦਿਨ 11 ਅਪ੍ਰੈਲ ਨੂੰ, ਅਤੇ 14 ਨੂੰ ਅੱਜ ਡਾਕਟਰ ਅੰਬੇਦਕਰ ਦਾ, ਜਿੱਥੋਂ ਉਹਨਾਂ ਨੇ ਸਟਾਰਟ ਕੀਤਾ ਸੀ ਕਿ ਦਲਿਤ ਵਿਅਕਤੀਆਂ ਨੂੰ ਪੜ੍ਹਨ ਦਾ ਅਤੇ ਬਾਕੀ ਸਾਰਾ। ਅਤੇ ਸਵਿਤਰੀ ਬਾਈ ਫੂਲੇ ਉਹਨਾਂ ਦੀ ਵਾਈਫ ਸੀ, ਜਦੋਂ ਔਰਤਾਂ ਨੂੰ ਪਹਿਲਾ ਸਕੂਲ ਜਿਹੜਾ ਲਿਜਾਣ ਦਾ ਜਿਨ੍ਹਾਂ ਨੇ ਉਹ ਕੀਤਾ।
ਤੇ ਡਾਕਟਰ ਅੰਬੇਦਕਰ ਨੇ ਅਸਲ ਦੇ ਵਿੱਚ ਸਿਸਟਮ ਨੂੰ ਜਿਸ ਢੰਗ ਨਾਲ ਸਮਝ ਕੇ ਦੇਖਿਆ ਲਿਖਿਆ ਸਾਡੇ ਲੋਕਲ ਸੈਟਅਪ ਦੇ ਮੁਤਾਬਕ, ਉਹ ਵੱਖ-ਵੱਖ ਬਿਲਕੁਲ ਬਾਕੀ ਵਿਚਾਰਧਾਰਾਵਾਂ ਨਾਲੋਂ ਅਲੱਗ ਸੀ। ਕਿਉਂਕਿ ਉਹਨਾਂ ਨੇ ਹੇਠੋਂ ਦੇਖਿਆ ਕਿ ਜਾਤ ਦਾ ਵਿਤਕਰਾ ਕੀ ਹੁੰਦਾ ਔਰ ਜਾਤ ਦੇ ਵਿਤਕਰੇ ਨਾਲ ਕੀ ਅਸਰ ਪੈਂਦਾ ਹੈ ਪੂਰੇ ਕਿਸੇ ਸਮਾਜ ਤੇ, ਕਿਸੇ ਵਿਅਕਤੀ ਦੀ ਜ਼ਿੰਦਗੀ ਤੇ, ਕਿਸੇ ਬਾਕੀ ਦੇ ਸਾਰੇ ਮਾਮਲੇ ਤੇ। ਔਰ ਈਵਨ ਜਿਹੜੇ ਉਦੋਂ ਵੀ ਸਮਾਜ ਸੁਧਾਰਕ ਸਾਰੇ ਪਾਸਿਓਂ ਆਏ, ਉਦੋਂ ਉਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਲੋਕ ਜਾਤ ਦੇ ਨੂੰ ਤੋੜਨ ਦੀ ਗੱਲ ਜਾਂ ਬਾਕੀ ਕਰਦੇ ਸੀ। ਪਰ ਇੱਕ ਜਿਹੜੀ ਮਹੱਤਵਪੂਰਨ ਘਟਨਾ ਇਤਿਹਾਸਕ ਹੈ, ਜਦੋਂ ਡਾਕਟਰ ਅੰਬੇਦਕਰ ਨੂੰ ਜਾਤ ਤੋੜਕ ਇੱਕ ਮੰਡਲ ਨੇ ਸੱਦਿਆ ਸੀ ਕਿ ਤੁਸੀਂ ਲੈਕਚਰ ਦਿਓਗੇ, ਜਦੋਂ ਉਹਨਾਂ ਨੇ ਇੱਕ ਆਪਣਾ ਪੈਂਫਲੇਟ ਭੇਜਿਆ ਲਿਖ ਕੇ ਜਿਹੜਾ ਭਾਸ਼ਣ ਦੇਣਾ ਸੀਗਾ ਕਿ ਮੈਂ ਆਹ ਭਾਸ਼ਣ ਦੇਵਾਂਗਾ, ਤਾਂ ਉਹ ਭਾਸ਼ਣ ਦੇਣ ਤੋਂ ਉਹਨਾਂ ਨੇ ਇਨਕਾਰ ਕਰਤਾ ਸੀ ਕਿ ਤੁਸੀਂ ਇਹ ਨਹੀਂ ਬੋਲ ਸਕਦੇ ਤੇ। ਹਾਲਾਂਕਿ ਉਹ ਵੀ ਜਾਤ ਤੋੜਕ ਮੰਡਲ ਉਹਨਾਂ ਨੇ ਬਣਾਇਆ ਹੋਇਆ ਸੀ, ਪਰ ਵੀ ਜਾਤ ਹੌਸਲਾ ਇਹ ਜਿਸ ਢੰਗ ਨਾਲ ਇਹਨਾਂ ਨੇ ਮਤਲਬ ਉਸ ਕੀਤਾ ਹੈ ਔਰ ਉਹਨਾਂ ਦਾ ਜਾਤ ਪਾਤ ਦਾ ਬੀਜਨਾਸ ਦਾ ਜਿਹੜਾ ਇੱਕ ਗੱਲ ਸੀ, ਫਿਰ ਉਹਨਾਂ ਨੇ ਆਪ ਹੀ ਉਹ ਕਿਤਾਬਚਾ ਛਪਵਾਇਆ। ਇਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਉਹ ਅਰੁੰਧਤੀ ਰਾਏ ਦਾ ਮੁੱਖਬੰਦ ਲੱਗ ਕੇ ਲਗਭਗ ਓਡਾ ਹੀ ਉਹਨਾਂ ਦਾ ਮੁੱਖਬੰਦ ਹੈ, ਅਤੇ ਓਡੇ ਜਿਹੜਾ ਜਾਤ ਪਾਤ ਦਾ ਬੀਜਨਾਸ ਵਾਲੀ ਜਿਹੜੀ ਉਹ ਕਿਤਾਬ ਹੈ, ਜਿਹੜਾ ਉਹਨਾਂ ਦੀ ਸਪੀਚ ਹੈ, ਉਹਨੂੰ ਉਸ ਲੈਵਲ 'ਤੇ ਕੀਤਾ। ਔਰ ਉਹਨਾਂ ਨੇ ਕਿਹਾ ਕਿ ਕਿਸ ਢੰਗ ਨਾਲ ਜਿਹੜੀ ਜਾਤ ਪਾਤ ਪ੍ਰਥਾ ਸਾਡੇ ਇਸ ਸਾਰੇ ਸੈਟਅਪ ਦੇ ਵਿੱਚ ਗ੍ਰਸੀ ਹੋਈ ਹੈ। ਨਾਲ ਇਕੱਲਾ ਜਾਤ ਪਾਤ ਦਾ ਉਹ ਵਿਤਕਰਾ ਤਾਂ ਹੈ ਹੀ ਓਡਾ ਵੱਡਾ, ਇੱਕ ਜਾਤ ਪਾਤ ਦੀ ਦਰਜਾਬੰਦੀ ਦਾ ਜਿਹੜਾ ਸਵਾਲ ਹੈ, ਜਿਹੜਾ ਉਹਦਾ ਛੂਤ ਰੋਗ ਹੈ, ਉਹ ਕਹਿੰਦੇ ਨੇ ਉਹ ਛੂਤ ਰੋਗ ਕੀ ਹੈ ਕਿ ਇਕੱਲੀ ਇਹ ਨਹੀਂ ਕਿ ਉੱਚ ਜਾਤੀ ਤੇ ਇਸ ਜਾਤੀ ਦਾ ਵਿਤਕਰਾ ਹੈ, ਹਰ ਜਾਤੀ ਦਾ ਇੱਕ ਦੂਜੇ ਤੋਂ ਉੱਪਰ ਵਿਤਕਰਾ ਹੈ। ਮਤਲਬ ਉਹ ਇਹ ਕਹਿੰਦਾ ਜਿਹੜਾ ਉਦੋਂ ਉੱਚੇ ਵਾਲਾ ਉਹ ਕਹਿੰਦਾ ਵੀ ਨਹੀਂ ਮੈਂ ਇਹ ਤੋਂ ਤਾਂ ਵਧੀਆ, ਉਦੋਂ ਉੱਚੇ ਵਾਲਾ ਉਹਦੇ 'ਚ ਵੀ ਦਰਜਾਬੰਦੀ ਹੈ। ਜੇ ਪੰਜਾਬ 'ਚ 39 ਕਾਸਟਾਂ ਨੇ, ਜੇ ਬਾਕੀ ਦੇਸ਼ 'ਚ ਵੱਖ-ਵੱਖ ਨੇ, ਤਾਂ 39 ਦੀ 39 'ਚੋਂ ਹੀ ਹਰੇਕ ਨੂੰ ਲੱਗਦਾ ਮੈਂ ਇਹ ਤੋਂ ਉੱਪਰ ਹਾਂ, ਮੈਂ ਇਹ ਤੋਂ ਉੱਪਰ ਹਾਂ। ਮੈਂ ਉਹ ਇੱਕ ਜਿਹੜਾ ਛੂਤ ਰੋਗ ਹੈ ਕਿ ਉੱਪਰਲਾ ਜਿਹੜਾ ਕਰਦਾ ਵਿਤਕਰਾ ਤੇ ਹੇਠਾਂ ਵੀ ਉਹ ਆਇਆ ਵਿਤਕਰਾ ਲਗਾਤਾਰ ਆਉਂਦਾ ਹੈ। ਇਹ ਸਾਰੀ ਕੰਪਲੀਕੇਟਡ ਤੇ ਉਲਝਣ ਭਰਪੂਰ ਉਸ ਲੈਵਲ ਦੀ ਗੱਲ ਹੈ, ਜਿਹਨੂੰ ਤੋੜਨ ਦੇ ਵਾਸਤੇ ਜਾਂ ਉਹ ਕਿਵੇਂ ਟੁੱਟੇ ਉਹਦੇ ਬੁਨਿਆਦੀ ਪਹਿਲੂ ਉਸ ਲੈਵਲ 'ਤੇ ਰਹੇ। ਫਿਰ ਸੰਵਿਧਾਨ ਦੇ ਵਿੱਚ ਜਦੋਂ ਇਹ ਚੱਲ ਰਿਹਾ ਸੀ, ਉਹਨਾਂ ਨੇ ਈਵਨ ਦਲਿਤਸਤਾਨ ਦਾ ਵੀ ਇੱਕ ਚੱਲਿਆ, ਜਿਵੇਂ ਬਾਕੀ ਸਟੇਟਾਂ ਦਾ ਸੀ ਵੀ ਇਹਨਾਂ ਨੂੰ ਅਲੱਗ ਦੇ ਦਿੱਤਾ ਜਾਏ, ਉਹ ਇੱਕ ਗੱਲ ਵੀ ਆਈ। ਔਰ ਫਿਰ ਇਹ ਗੱਲ ਵੀ ਇੱਕ ਆਈ ਕਿ ਰਿਜ਼ਰਵੇਸ਼ਨ ਦੇ ਮੁਕਾਬਲੇ ਜੇਕਰ ਰਿਜ਼ਰਵੇਸ਼ਨ ਇਸ ਲੈਵਲ ਦੀ ਹੋ ਜੇ ਕਿ ਦਲਿਤਾਂ ਦੇ ਵਿੱਚੋਂ ਦਲਿਤ ਹੀ ਆਪਣੇ ਆਗੂ ਪੈਦਾ ਕਰਨ ਅਤੇ ਉਹੀ ਥੋੜ੍ਹੇ ਸਾਲ ਲਈ ਚੁਣੇ ਜਾਣ ਤਾਂ ਕਿ ਉਹਨਾਂ ਨੂੰ 'ਚੋਂ ਇੱਕ ਲੀਡਰਸ਼ਿਪ ਐਮਰਜ ਹੋ ਜੇ, ਫਿਰ ਚਾਹੇ ਸਾਰਿਆਂ ਨੂੰ ਕਰ ਲਓ। ਪਰ ਇਹ ਸਾਰੇ ਕਾਸੇ 'ਚੋਂ ਮਹਾਤਮਾ ਗਾਂਧੀ ਅਤੇ ਉਹਨਾਂ ਦੀ ਜਿਹੜੀ ਡਿਬੇਟ ਸੀ ਜਾਂ ਬਾਕੀ ਦਾ ਸਵਾਲ ਕਾਂਗਰਸ ਨੇ ਨਹੀਂ ਮੰਨਿਆ, ਕਿਉਂਕਿ ਡਾਕਟਰ ਅੰਬੇਦਕਰ ਦਾ ਆਪਣਾ ਦਾਇਰਾ ਉੱਡਾ ਵੱਡਾ ਨਹੀਂ ਸੀ। ਉਹ ਇਲੈਕਸ਼ਨ ਵੀ ਹਾਰੇ, ਬਾਅਦ ਦੇ ਵਿੱਚ ਉਹਨਾਂ ਨੂੰ ਇਲੈਕਸ਼ਨ ਲੜਾ ਕੇ ਲਿਆਂਦਾ ਗਿਆ ਸੰਵਿਧਾਨ ਨਿਰਮਾਤਾ ਦੇ ਤੌਰ 'ਤੇ, ਤਾਂ ਉਹਨਾਂ ਦੀ ਡਰਾਫਟਿੰਗ ਕਮੇਟੀ ਦੇ ਵਿੱਚ ਰੋਲ ਜੋ ਹੈ। ਪਰ ਓਵਰਆਲ ਕਾਨਸਟੀਟਿਊਸ਼ਨ ਦੇ ਵਿੱਚ ਜਿਹੜਾ ਡਾਕਟਰ ਰਜਿੰਦਰ ਪ੍ਰਸਾਦ ਪ੍ਰਧਾਨ ਸੀ, ਕਾਨਸਟੀਚੂਐਂਟ ਅਸੈਂਬਲੀ ਸੀ, ਉਹ ਸਾਰੇ ਦੇ ਵਿੱਚ ਉਹਨਾਂ ਦੀ ਕਿੰਨੀ ਕੁ ਚੱਲੀ ਹੈ ਇਹ ਵੀ ਅਜੇ ਡਿਬੇਟੇਬਲ ਉਸ ਲੈਵਲ ਦਾ ਸਵਾਲ ਹੈਗਾ, ਕਿਉਂਕਿ ਉਹਨਾਂ ਨੂੰ ਵੀ ਫਿਰ ਉਸ ਜਿੰਨਾ ਕੰਪਰੋਮਾਈਜ਼ਿੰਗ ਸਥਿਤੀ 'ਚੋਂ ਕਰ ਸਕਦੇ ਸੀ ਉਹਨਾਂ ਨੇ ਉਸ ਲੈਵਲ ਦੇ ਉੱਤੇ ਕੀਤਾ। ਔਰ ਇਸੇ ਕਰਕੇ ਉਹਨਾਂ ਨੇ ਇਹ ਵੀ ਇੱਕ ਐਲਾਨ ਕੀਤਾ ਸੀ ਉਦੋਂ ਕਿ ਮੈਂ ਆਪਣਾ ਧਰਮ ਤਬਦੀਲ ਕਰੂੰਗਾ, ਕਿਉਂਕਿ ਜਿਹੜੇ ਧਰਮ 'ਚ ਜਾਤ ਪਾਤ ਦੀ ਬੁਨਿਆਦ ਹੈ ਮੈਂ ਉਹਦੇ 'ਚ ਨਹੀਂ ਰਹੂੰਗਾ। ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਉਹ ਮਤਲਬ ਸਿੱਖ ਧਰਮ ਨਾਲ ਵੀ ਗੱਲਬਾਤ ਚੱਲੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਾਅਦ 'ਚ ਉਹ ਬੌਧ ਧਰਮ ਆਪਣੇ ਕਾਫੀ ਸਮਰਥਕਾਂ ਸਮੇਤ ਜਿਹੜੇ ਉਹਨਾਂ ਦੇ ਜੋ ਸੀ ਬੌਧ ਧਰਮ ਨੂੰ ਉਹ ਹੋ ਗਏ ਸੀ। ਪਰ ਉਹਨਾਂ ਨੇ ਇਹ ਬਹੁਤ ਕਿਹਾ ਕਿ ਜਿਹੜਾ ਇਹ ਸੰਵਿਧਾਨ ਬਣਿਆ, ਉਹਨਾਂ ਨੇ ਕੋਟੇਸ਼ਨ, ਇਹ ਸੰਵਿਧਾਨ ਇੱਕ ਇਹੋ ਜਿਹਾ ਬਣਿਆ ਜੇ ਤਾਂ ਇਹਨੂੰ ਚਲਾਉਣ ਵਾਲੇ ਠੀਕ ਤਰੀਕੇ ਦੇ ਬੰਦੇ ਆਏ ਫਿਰ ਤਾਂ ਇਹ ਕੁਝ ਵਾਜਬ ਕਾਫੀ ਹੱਦ ਤੱਕ ਕਰੂਗਾ। ਪਰ ਜੇ ਉਹ ਚਲਾਉਣ ਵਾਲੇ ਬੰਦੇ ਬਦਨੀਤ ਹੋ ਗਏ ਜਾਂ ਉਹਨਾਂ ਨੇ ਠੀਕ ਤਰੀਕੇ ਨਾਲ ਨਾ ਚਲਾਇਆ, ਤਾਂ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਇਸ ਸੰਵਿਧਾਨ ਨੂੰ ਮਤਲਬ ਨਹੀਂ ਮੰਨੂਗਾ ਜਾਂ ਉਹਨੂੰ ਪਾੜਨ ਦੇ ਜਾਂ ਇਹ ਕਹੂੰਗਾ ਕਿ ਇਹਨੂੰ ਨਾ ਮੰਨਣ ਦੇ ਲਈ ਆਵਾਜ਼ ਉਠਾਊਂਗਾ ਉਸ ਪੱਧਰ ਦੇ ਉੱਤੇ। ਇਹ ਉਹਨਾਂ ਨੂੰ ਲੱਗਦਾ ਸੀ, ਇਹਦਾ ਮਤਲਬ ਇਹ ਖਦਸ਼ੇ ਉਹਨਾਂ ਦੇ ਦਿਮਾਗ 'ਚ ਉਸ ਪੱਧਰ ਦੇ ਉੱਤੇ ਸੀਗੇ। ਔਰ ਮੈਨੂੰ ਲੱਗਦਾ ਕਿ ਇਹਨਾਂ ਸਮਿਆਂ ਦੇ ਵਿੱਚ ਇੱਕ ਸਮੇਂ ਤੱਕ ਸੰਵਿਧਾਨ ਦੇ ਵਿੱਚ ਕੁਝ ਗੱਲਾਂ ਐਸੀਆਂ ਸਭ ਦੇ ਸਾਹਮਣੇ ਸੀ ਕਿ ਸੰਵਿਧਾਨ ਨੇ ਜੋ ਬਿਆਨ ਕੀਤਾ ਹੈ, ਜੋ ਉਹਦੇ ਵਿੱਚ ਲਿਖੇ ਨੇ ਅਧਿਕਾਰ, ਉਹਦੇ 'ਤੇ ਉਹ ਵਿਤਕਰਾ ਨਹੀਂ ਕਰੂਗਾ ਬਿਲਕੁਲ ਕਿਸੇ ਵੀ ਨਾਲ, ਕਿਸੇ ਜਾਤ, ਕਿਸੇ ਮੈਜੋਰਟੀ, ਕਿਸੇ ਮਿਨੋਰਟੀ, ਕਿਸੇ ਬਾਕੀ ਦੇ ਗੱਲਾਂ 'ਚ। ਹਾਲਾਂਕਿ ਗੱਲ ਇਹ ਵੀ ਚੱਲਦੀ ਰਹੀ, ਜਿਹੜੀਆਂ ਘੱਟ ਗਿਣਤੀਆਂ ਨੇ ਉਹ ਸ਼ੁਰੂ ਤੋਂ ਹੀ ਇਹ ਕਹਿੰਦੀਆਂ ਨੇ ਲਗਾਤਾਰ ਜਦ ਤੋਂ ਸੰਵਿਧਾਨ ਲਾਗੂ ਹੋਇਆ ਕਿ ਘੱਟ ਗਿਣਤੀਆਂ ਨੂੰ ਉਸ ਢੰਗ ਦੀ ਗਰੰਟੀ ਨਹੀਂ ਹੈ ਜਿਹੜੇ ਢੰਗ ਦੀ ਹੋਣੀ ਚਾਹੀਦੀ ਹੈ। ਅਤੇ ਪਰ ਫਿਰ ਵੀ ਜਿਹੜਾ ਇਹ ਸੀ, ਹੁਣ ਤਾਂ ਆਉਂਦੇ ਆਉਂਦੇ ਸਿਸਟਮ ਹੀ ਇਹੋ ਜਿਹਾ ਬਣ ਗਿਆ ਸਾਡੇ ਸਾਹਮਣੇ ਕਿ ਜਦੋਂ ਸਟੇਟ ਕਹਿ ਕੇ
ਬਹੁਗਿਣਤੀਵਾਦ ਦੇ ਪੱਖ ਦੇ ਵਿੱਚ ਖੜਦੀ ਹੈ। ਸਟੇਟ ਕਹਿ ਕੇ ਲੋਕਾਂ ਦੇ ਘਰ ਢਹਾ ਦਿੰਦੀ ਹੈ, ਦੂਜੇ ਤਬਕੇ ਦੇ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਾਉਣ ਦਿੰਦੀ, ਇੱਕ ਤੇ ਕਰਦੀ ਹੈ। ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਆ ਕੇ ਜਿਹੜੀਆਂ ਸੰਵਿਧਾਨਕ ਵੈਲਿਊਜ਼ ਨੂੰ ਵੀ ਬਚਾਉਣਾ, ਜਿਹੜੀਆਂ ਸੰਵਿਧਾਨ ਦੇ ਵਿੱਚ ਰੀਅਲ ਸੈਂਸ 'ਚ ਹੈਗੀਆਂ ਨੇ, ਇਹ ਵੀ ਬਹੁਤ ਬੜਾ ਕਾਰਜ ਹੈ। ਜੇ ਡਾਕਟਰ ਅੰਬੇਦਕਰ ਦੀ ਗੱਲ ਜਦੋਂ ਹੁਣ ਕਰਨੀ ਹੋਵੇ ਤਾਂ ਜਿਹੜੀਆਂ ਸੰਵਿਧਾਨ 'ਚ ਦਰਜ ਮਤਲਬ ਹਰ ਬੰਦੇ ਦੀ ਪ੍ਰੋਟੈਕਸ਼ਨ ਦਾ ਸਵਾਲ ਹੈ, ਚਾਹੇ ਉਹ ਕਾਨੂੰਨ ਦੀ ਨਜ਼ਰ 'ਚ ਹੋਵੇ, ਚਾਹੇ ਉਹ ਵੱਖ-ਵੱਖ ਮਾਮਲਿਆਂ ਦੇ ਵਿੱਚ ਹੋਵੇ, ਉਹਦੇ 'ਤੇ ਬਹੁਤ ਸੀਰੀਅਸਲੀ ਕੰਮ ਕਰਨ ਦੀ ਲੋੜ ਹੈ ਤਾਂ ਕਿ ਹੁਕਮਰਾਨ ਉਹਨੂੰ ਵੀ ਦਰੜ ਕੇ ਲੰਘ ਕੇ ਕਿਤੇ ਹੋਰ ਲੈਵਲ ਦੇ ਲਿਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਬੰਨ੍ਹ ਮਾਰਿਆ ਜਾ ਸਕੇ, ਉਹਨੂੰ ਰੋਕਿਆ ਜਾ ਸਕੇ। ਜੀ ਹਮੀਰ ਜੀ, ਅੱਜ ਵਿਸਾਖੀ ਦਾ ਦਿਹਾੜਾ ਵੀ ਹੈ ਜਿਸ ਨੂੰ ਕਿ ਸਾਡੇ ਖਿੱਤੇ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਅਤੇ ਅੱਜ ਵੀ ਉਸੇ ਤਰ੍ਹਾਂ ਮਨਾਇਆ ਜਾ ਰਿਹਾ। ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ। ਵਿਸਾਖੀ ਦਾ ਤਿਉਹਾਰ ਸਾਡੇ ਜੁੜਿਆ ਹੋਇਆ ਅਰਥ ਵਿਵਸਥਾ ਨਾਲ ਬਹੁਤ ਜ਼ਿਆਦਾ, ਸਾਡੇ ਸੱਭਿਆਚਾਰ ਨਾਲ, ਸਾਡੇ ਰਵਾਇਤ ਨਾਲ ਬਹੁਤ ਜ਼ਿਆਦਾ। ਔਰ ਵਿਸਾਖੀ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿਉਂਕਿ ਅਸੀਂ ਉਸੇ ਮਾਹੌਲ ਦੇ ਵਿੱਚੋਂ ਆਏ ਹਾਂ ਜਿਹੜੇ ਖੇਤੀਬਾੜੀ ਦਾ ਸੀ। ਜਦੋਂ ਦਾਣੇ ਨਵੇਂ ਘਰ ਆਉਂਦੇ ਨੇ ਅਤੇ ਸਾਰੇ ਲੋਕਾਂ ਨੂੰ ਲੱਗਦਾ ਵੀ ਅਰਥ ਵਿਵਸਥਾ ਚਲੋ ਹੁਣ ਦਾਣੇ ਆਉਣਗੇ, ਸਾਲ ਭਰ ਦਾ ਦਾਣੇ ਰੱਖਾਂਗੇ ਅਤੇ ਬਾਕੀ ਦੀ ਜਿਹੜੀਆਂ ਲੋੜਾਂ ਨੇ ਉਹਨਾਂ ਦੀ ਵੀ ਪੂਰਤੀ ਹੋਏਗੀ ਸਾਰੇ। ਔਰ ਇਸੇ ਕਰਕੇ ਮੇਲੇ ਵੀ ਵਿਸਾਖੀ 'ਤੇ ਲੱਗਦੇ ਸੀ। ਅੱਜ ਕੱਲ੍ਹ ਮੌਸਮ ਬਦਲਣ ਕਰਕੇ ਸ਼ਾਇਦ ਇਹ ਵਿਸਾਖੀ ਦਾ ਜਿਹੜਾ ਉਹ ਉਸ ਲੈਵਲ 'ਤੇ ਹੋ ਗਿਆ, ਨਹੀਂ ਤਾਂ ਧਨੀ ਰਾਮ ਚਾਤਰਿਕ ਵਗੈਰਾ ਉਦੋਂ ਹੋਰ ਟਾਈਪ ਦੇ ਜਿਹੜੇ ਗੀਤ ਸੀ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਹੋਰ ਤਰੀਕੇ ਦੇ ਮੌਸਮ ਦੇ ਲਿਹਾਜ਼ ਨਾਲ ਲਿਖੇ ਹੋਣਗੇ। ਜਦੋਂ ਵੀ ਹਾੜੀ ਵੱਢੀ ਜਾਂਦੀ ਹੋਏਗੀ ਜਾਂ ਹੁਣ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਅਤੇ ਸਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਮੰਝਲੀ ਆਨੰਦ ਸਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹੁਣ ਤਾਂ ਮੈਨੂੰ ਲੱਗਦਾ ਵਿਸਾਖੀ 'ਤੇ ਸਗੋਂ ਪੂਰਾ ਜ਼ੋਰ ਪੈ ਜਾਂਦਾ ਹਾੜੀ ਦਾ ਵੱਢਣ ਦਾ। ਸ਼ਾਇਦ ਉਦੋਂ ਪਹਿਲਾਂ ਇੱਕ ਫਸਲੀ ਸੀ, ਹੁਣ ਤਾਂ 2 ਫਸਲੀ 3 ਫਸਲੀ ਹੋਣ ਲੱਗ ਗਈ। ਲੋਕ ਸਨਮੀਆਂ ਕਰਦੇ ਸੀ, ਪਰ ਉਹਦਾ ਜਲਾਹ ਕੀ ਹੈ ਕਿ ਉਹ ਨੱਚਦਾ ਕੁੱਦਦਾ ਕਿ ਨਵੇਂ ਦਾਣੇ ਆਏ ਨੇ, ਨਵਾਂ ਪੈਸਾ ਆਇਆ, ਘਰ ਕੁਝ ਨਵੀਆਂ ਚੀਜ਼ਾਂ ਹੋਣਗੀਆਂ। ਉਮੀਦਾਂ ਦਾ ਤਿਉਹਾਰ ਕਿ ਕਿਸ ਲੈਵਲ ਦੀਆਂ ਉਮੀਦਾਂ ਨੇ ਜਿਹੜੀਆਂ ਭਵਿੱਖ ਦੇ ਵਿੱਚ ਪੂਰੀਆਂ ਹੋ ਜਾਣਗੀਆਂ, ਉਸ ਪੱਧਰ 'ਤੇ ਹੋਣਗੀਆਂ। ਲੋਕ ਇਹ ਕਹਿੰਦੇ ਵੀ ਰਹੇ ਵੀ ਕੋਈ ਨਹੀਂ, ਆ ਜਾਣ ਦੇ ਫਸਲ, ਕਿਸੇ ਦਾ ਕਰਜ਼ਾ ਤਾਂ ਵੀ ਚੁਕਾ ਦਾਂਗੇ, ਕਿਸੇ ਦਾ ਲੈਣ ਦੇਣਾ ਤਾਂ ਵੀ ਚੁਕਾ ਦਾਂਗੇ, ਬੱਚੇ ਦਾ ਵਿਆਹ ਹੈ ਤਾਂ ਵੀ ਕਰ ਦਾਂਗੇ। ਉਹ ਸਾਰੀਆਂ ਚੀਜ਼ਾਂ ਨਾਲ ਇੰਨਾ ਨੇੜਿਓਂ ਜੁੜੀ ਹੋਈ ਜਿਹੜੀ ਇੱਕ ਮਤਲਬ ਤਿਉਹਾਰ ਸੀਗਾ। ਔਰ ਇਹ ਤਿਉਹਾਰ ਅਜੇ ਵੀ ਰਸਮੀ ਰੂਪ ਦੇ ਵਿੱਚ ਉਸੇ ਲੈਵਲ ਦੇ ਉੱਤੇ ਮਨਾਇਆ ਜਾਂਦਾ ਵਿਸਾਖੀ ਦੇ ਰੂਪ ਦੇ ਵਿੱਚ। ਔਰ ਇਹ ਵੈਲਕਮ ਸੋਨੇ ਰੰਗੀਆਂ ਕਣਕਾਂ ਜਿਹੜੀਆਂ ਦੇਖਦੇ ਸੀ ਲੋਕ, ਲਾਜ਼ਮੀ ਹੈ ਕਿ ਉਹੋ ਜਿਹੇ ਮਾਹੌਲ ਦੇ ਵਿੱਚ ਹੁਲਾਸ ਭਰਨਾ ਜਾਂ ਥੋੜ੍ਹੇ ਦੇਰ ਲਈ ਘੱਟੋ ਘੱਟ ਇੱਕ ਉਮੰਗ ਪੈਦਾ ਹੋਣੀ, ਇੱਕ ਉਮੀਦ ਪੈਦਾ ਹੋਣੀ। ਔਰ ਇੱਕ ਰਵਾਇਤ ਹੈ, ਔਰ ਇਹੋ ਜਿਹੀਆਂ ਰਵਾਇਤਾਂ ਬੰਦੇ ਨੂੰ ਸਮੇਂ-ਸਮੇਂ 'ਤੇ ਖੁਸ਼ੀ ਦਿੰਦੀਆਂ ਨੇ ਅਤੇ ਸਮੇਂ-ਸਮੇਂ 'ਤੇ ਉਮੀਦ ਦਿੰਦੀਆਂ ਨੇ। ਔਰ ਇਹਨਾਂ ਨੂੰ ਭਾਈਚਾਰਕ ਤੌਰ 'ਤੇ ਅਤੇ ਆਪਸੀ ਮਿਲਵਰਤਣ ਦੇ ਨਾਲ ਹੀ ਮਨਾਉਣਾ ਚਾਹੀਦਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।